मणिपुर तो नहीं, साइखोम मीराबाई चानू इन्हां दा पूरा नाम है। इन्हां नूं मिलिया जी BBC इंडियन स्पोर्ट्स वूमेन ऑफ द ईयर द अवार्ड 2021 ਦਾ ਅਵਾਰਡ ਮਿਲਿਆ ਇਹਨਾਂ ਨੂੰ। ਉਹਨਾਂ ਨੂੰ ਸਿਲਵਰ ਮੈਡਲ ਮਿਲਿਆ ਸੀ ਕਹਿੰਦੇ ਟੋਕੀਓ 올림픽ਸ ਵਿੱਚ। ਕਿਹੜਾ ਸਿਲਵਰ ਮੈਡਲ ਆਇਆ ਸੀਗਾ ਭਲਾ, ਕਿਹੜੀ ਕੈਟੇਗਰੀ ਵਿੱਚ ਆਇਆ ਸੀ ਸਿਲਵਰ ਮੈਡਲ, ਹੁਣ ਇਹ ਦੱਸ ਦਿਓ ਕੋਈ ਮੈਨੂੰ। 45 ਵਾਲੀ ਚ ਆਇਆ ਸੀ, 49 kg ਵਾਲੀ ਆਇਆ ਸੀ, 50 ਵਾਲੀ ਚ ਆਇਆ ਸੀ, ਜਾਂ ਫਿਰ 55 kg ਕੈਟੇਗਰੀ ਵਿੱਚ ਆਇਆ ਸੀ, ਕਿਹੜੀ ਕੈਟੇਗਰੀ ਵਿੱਚ ਆਇਆ ਸੀ? ਹਾਂਜੀ ਕਲਰਕ ਵਾਸਤੇ ਦੇਖੋ ਕਰੰਟ ਅਫੇਅਰ ਤਾਂ ਦੇਖੋ ਮੋਸਟਲੀ ਸੇਮ ਹੁੰਦੇ ਨੇ, ਬਾਕੀ ਮੈਂ ਪਰਟੀਕੂਲਰਲੀ ਪੰਜਾਬ ਪੁਲਿਸ ਵਾਸਤੇ ਲਿਆ, ਤਾਂ ਪੰਜਾਬ ਪੁਲਿਸ ਦਾ ਪੇਪਰ ਦੇ ਰਹੇ ਹੋ ਤਾਂ ਡੈਫੀਨੇਟਲੀ ਲਾਓ, ਬਾਕੀ ਤੁਸੀਂ ਲਾ ਸਕਦੇ ਹੋ। ਦੇਖੋ ਜੀ ਨੌਲੇਜ ਵਿੱਚ ਵਾਧਾ ਹੀ ਹੋਊਗਾ ਤੁਹਾਡਾ, ਤਾਂ ਬਹੁਤ ਹੀ ਵਧੀਆ ਜਵਾਬ ਤੁਹਾਡਾ ਸਾਰਿਆਂ ਦਾ। 49 kg ਇਜ਼ ਦਾ ਕਰੈਕਟ ਆਂਸਰ। 49 kg ਕੈਟੇਗਰੀ ਵਿੱਚ ਇਹਨਾਂ ਨੂੰ ਕਿਹੜਾ ਮਿਲਿਆ? BBC ਇੰਡੀਅਨ ਸਪੋਰਟਸ ਵੂਮਨ ਆਫ ਦ ਈਅਰ ਦਾ ਅਵਾਰਡ। ਦੋ ਹੋਰ ਅਵਾਰਡ ਮਿਲੇ ਨੇ, ਇੱਕ ਮਿਲਿਆ ਜੀ ਇਮਰਜਿੰਗ ਪਲੇਅਰ ਆਫ ਦ ਈਅਰ। ਇਮਰਜਿੰਗ ਪਲੇਅਰ ਕੌਣ ਹੈ? ਸ਼ਫਾਲੀ ਵਰਮਾ, ਕੁੜੀ ਕੀ ਖੇਡਦੀ ਆ? ਕ੍ਰਿਕਟ ਖੇਡਦੀ ਆ। ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ, ਉਹ ਕਿਹਨਾਂ ਨੂੰ ਮਿਲਿਆ ਜੀ? ਕਰਨਮ ਮੱਲੇਸ਼ਵਰੀ। ਇਹ ਕੌਣ ਨੇ? ਇਹ ਵੀ ਵੇਟ ਲਿਫਟਰ ਨੇ। ਤਾਂ ਜੀ ਤਿੰਨੇ ਨਾਂ ਧਿਆਨ ਰੱਖੋਗੇ, 3 ਕੁਐਸਚਨ ਹੋ ਗਏ ਸਾਡੇ। ਅਗਲਾ ਸਵਾਲ, ਸਾਬਕਾ ਮੁੱਖ ਮੰਤਰੀ ਸੀਗੇ ਸਿੱਕਿਮ ਦੇ ਬੀਬੀ ਗੁਰੁੰਗ, ਕਹਿੰਦੇ ਉਹਨਾਂ ਦਾ ਹੋ ਗਿਆ ਦੇਹਾਂਤ। ਉਹ ਕਦੇ ਰਿਪੋਰਟਰ ਹੁੰਦੇ ਸੀਗੇ ਅਮਿਤ ਬਾਜ਼ਾਰ ਪੱਤਰਿਕਾ। ਟੀਵੀ ਉੱਤੇ ਨਿਊਜ਼ ਚੈਨਲ ਆਉਂਦਾ ਇੱਕ ABP ਨਿਊਜ਼, ਬੱਚਿਆਂ ਨੂੰ ਕਈ ਨੂੰ ਨਹੀਂ ਪਤਾ ਹੋਊਗਾ, ਟੀਵੀ ਉੱਤੇ ਇੱਕ ਨਿਊਜ਼ ਚੈਨਲ ਆਉਂਦਾ ABP ਨਿਊਜ਼, ਪਹਿਲਾਂ ਸਟਾਰ ਨਿਊਜ਼ ਹੁੰਦਾ ਸੀ। ਤਾਂ ਜਿਹੜਾ ABP ਹੈ ਅੰਮ੍ਰਿਤ ਬਾਜ਼ਾਰ ਪੱਤਰਿਕਾ ਹੈ, ਇਹਦਾ ਕਦੋਂ ਫਾਊਂਡ ਹੋਈ ਸੀ? ਤੁਹਾਡਾ ਹਿਸਟਰੀ ਦਾ ਸਵਾਲ ਆ ਗਿਆ, ਦੇਖ ਰਹੇ ਹੋ ਤੁਹਾਡਾ ਹਿਸਟਰੀ ਦਾ ਸਵਾਲ ਆ ਗਿਆ। ਕਦੋਂ ਫਾਊਂਡ ਹੋਇਆ ਸੀ? 1668, 1768, 1868 ਜਾਂ ਫਿਰ 1968? ਦੱਸੋ ਛੇਤੀ ਛੇਤੀ ਧਿਆਨ ਦਿਓ, ਕਦੋਂ ਹੋਇਆ ਸੀ ਫਾਊਂਡ? ਯਾਦ ਹੈ ਕਿਸੇ ਨੂੰ? ਤੁਹਾਡਾ ਹੋ ਗਿਆ ਕਿਹੜਾ? ਅੱਜ ਫਸਟ ਕਲਾਸ ਹੈ। ਇਹਦੀ ਅਲੱਗ ਤੋਂ PDF ਬਣ ਜੂਗੀ, ਸੌਰੀ PDF ਕਹਿ ਰਹਾ, ਇਹਦੀ ਅਲੱਗ ਤੋਂ ਪਲੇਲਿਸਟ ਬਣ ਜੂਗੀ। ਰੋਜ਼ ਆਣਾ ਹੈ 10:40 ਤੇ, ਠੀਕ ਹੈ। ਅੱਜ ਛੇਤੀ ਹੋ ਰਹੀ ਹੈ ਕਲਾਸ ਕਿਉਂਕਿ ਜਿਹੜੀ ਕਲਾਸ ਹੁੰਦੀ ਹੈ ਪੋਸਟਪੋਨ ਕਰਨੀ ਪਈ। ਰੋਜ਼ 10:40 ਤੇ ਮੈਨੂੰ ਤੁਸੀਂ ਸਾਰੇ ਚਾਹੀਦੇ ਹੋ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਪੇਪਰ ਦੇਣਾ ਹੈ, ਭਾਵੇਂ ਸਬ ਇੰਸਪੈਕਟਰ ਹੋਵੇ, ਭਾਵੇਂ ਇੰਟੈਲੀਜੈਂਸ ਅਸਿਸਟੈਂਟ ਹੋਵੇ, ਭਾਵੇਂ ਹੈੱਡ ਕਾਂਸਟੇਬਲ ਹੋਵੇ। ਤਾਂ ਮਿਕਸ ਸਵਾਲ ਆ ਰਹੇ ਨੇ, ਕੋਈ ਗੱਲ ਨਹੀਂ, ਆਂਸਰ ਹੋ ਜਾਂਦਾ ਜੀ 1868। ਧਿਆਨ ਰੱਖਣਾ ਹੈ ABP ਨਿਊਜ਼ ਉਹੀ ਅੰਮ੍ਰਿਤ ਬਾਜ਼ਾਰ ਪੱਤਰਿਕਾ ਕਹਿ ਰਿਹਾ ਮੈਂ, 1868। ਅਗਲਾ ਸਵਾਲ, ਵੈਸਟ ਬੰਗਾਲ ਦੇ ਗਵਰਨਰ ਨੇ ਉਸ ਟਾਈਮ ਕੌਣ ਸੀਗੇ? ਜਗਦੀਪ ਧਨਖੜ ਜੀ ਸੀਗੇ। ਹੁਣ ਤਾਂ ਸਾਡੇ 14th ਵਾਈਸ ਪ੍ਰੈਜ਼ੀਡੈਂਟ ਬਣ ਚੁੱਕੇ ਨੇ, ਯਾਦ ਹੈ? ਝੁੰਝੁਨੂ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ। ਤੇ ਇਸ ਟਾਈਮ ਵੈਸਟ ਬੰਗਾਲ ਦਾ ਗਵਰਨਰ ਕੌਣ ਹੈ? ਲਾ ਗਣੇਸਨ, LAGANESN, ਲਾ ਗਣੇਸਨ। ਤਾਂ ਉਹਨਾਂ ਨੇ ਉਸ ਟਾਈਮ ਜਿਹੜੇ ਗਵਰਨਰ ਸੀਗੇ ਜਗਦੀਪ ਧਨਖੜ ਜੀ ਨੇ ਉਦਘਾਟਨ ਕੀਤਾ ਸੀਗਾ ਪਰਮ ਸ਼ਕਤੀ ਦਾ ਇੱਕ ਸੁਪਰ ਕੰਪਿਊਟਰ ਐਟ IIT ਖੜਗਪੁਰ। ਇਹਨੂੰ ਲਾਂਚ ਕੀਤਾ ਗਿਆ ਜੀ ਅੰਡਰ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ, ਜਿਹੜਾ ਭਾਰਤ ਸਰਕਾਰ ਨੇ ਕਿਹੜੇ ਸਾਲ ਵਿੱਚ ਲਾਂਚ ਕੀਤਾ ਸੀ? ਬਹੁਤ ਇੰਪੋਰਟੈਂਟ ਸਵਾਲ, ਛੇਤੀ। 2005, 14, 15 ਜਾਂ ਫਿਰ 19? 2005, 14, 15 ਜਾਂ ਫਿਰ 19 ਕਿਹੜੇ ਸਾਲ ਵਿੱਚ ਭਲਾ ਲਾਂਚ ਕੀਤਾ ਸੀ? ਤਾਂ ਜਿਹੜੇ ਦੇਖੋ ਜੇ ਤੁਸੀਂ ਜੁੜੇ ਹੋਏ ਮੇਰੇ ਨਾਲ ਡੇਲੀ ATM ਕਲਾਸ ਲਾ ਰਹੇ ਹੋ ਤਾਂ ਤੁਹਾਨੂੰ ਬੜੇ ਐਂ ਲੱਗ ਰਹੇ ਹੋਣੇ ਕਿ ਸਰ ਸਾਰੇ ਸਵਾਲ ਕੀਤੇ ਹੋਏ ਨੇ ਯਾਰ, ਸਰ ਨਵਾਂ ਲੈ ਕੇ ਆਓ। ਹੈ ਹੀ ਨਹੀਂ ਯਾਰ ਨਵੇਂ ਸਵਾਲ, ਇਹੀ ਨੇ ਸਵਾਲ, ਤਾਂ ਇਹੀ ਘੁੰਮ ਫਿਰ ਕੇ ਆਣੇ ਪੇਪਰ 'ਚ। ਬਹੁਤ ਵਧੀਆ ਜੀ। 2015 ਵਿੱਚ ਕੀਤਾ ਸੀਗਾ, 7 ਸਾਲ ਦਾ ਪ੍ਰੋਗਰਾਮ ਸੀਗਾ ਇਹ। ਕਹਿੰਦੇ 2015 ਤੋਂ ਲੈ ਕੇ 2022 ਤੱਕ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ 2022 ਆ ਚੁੱਕਾ ਹੈ। ਹੁਣ ਦੇਖਦੇ ਹਾਂ ਆਪਾਂ ਕਿੱਦਾਂ ਕੀ ਹਿਸਾਬ ਕਿਤਾਬ ਚੱਲਦਾ ਹੈ। ਦੁਨੀਆ ਦਾ ਸਭ ਤੋਂ ਫਾਸਟੈਸਟ ਸੁਪਰ ਕੰਪਿਊਟਰ, ਕਰੰਟ ਅਫੇਅਰ ਹੈ ਇਹ, ਧਿਆਨ ਰੱਖੋ ਮੇਰਾ। ਦੁਨੀਆ ਦਾ ਸਭ ਤੋਂ ਫਾਸਟੈਸਟ ਸੁਪਰ ਕੰਪਿਊਟਰ ਹੈ, ਉਹਦਾ ਨਾਂ ਕੀ ਹੈ? ਉਹਦਾ ਨਾਂ ਹੈ ਜੀ ਫਰੰਟੀਅਰ। ਉਹਦਾ ਨਾਂ ਕੀ ਹੈ? ਫਰੰਟੀਅਰ। ਜਿਹੜਾ ਕਿੱਥੋਂ ਦਾ ਹੈ? ਜਿਹੜਾ ਹੈ USA ਦਾ। ਇਹ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਫਾਸਟ ਸੁਪਰ ਕੰਪਿਊਟਰ ਸੀਗਾ, ਉਹਦਾ ਨਾਂ ਸੀਗਾ ਫੁਗਾਕੂ, ਤੇ ਉਹ ਬਿਲੋਂਗ ਕਰਦਾ ਸੀਗਾ ਜਾਪਾਨ ਤੋਂ। ਭਾਰਤ ਦਾ ਫਾਸਟੈਸਟ ਸੁਪਰ ਕੰਪਿਊਟਰ ਕਿਹੜਾ ਹੈ? ਛੇਤੀ ਇੱਕ ਵਾਰ ਉਹਦਾ ਨਾਂ ਦੱਸ ਦਿਓ ਮੈਨੂੰ। ਇੰਡੀਆ ਦਾ ਫਾਸਟੈਸਟ ਸੁਪਰ ਕੰਪਿਊਟਰ ਕਿਹੜਾ ਹੈ? ਇੰਡੀਆ ਦਾ ਫਾਸਟੈਸਟ ਸੁਪਰ ਕੰਪਿਊਟਰ ਕਿਹੜਾ ਹੈ? ਇੰਡੀਆ ਦਾ ਫਾਸਟੈਸਟ ਸੁਪਰ ਕੰਪਿਊਟਰ ਕਿਹੜਾ ਹੈ? ਯਾਦ ਹੈ ਕਿਸੇ ਨੂੰ? ਪਰਮ ਤਾਂ ਸਾਰਿਆਂ ਉੱਤੇ ਅੱਗੇ ਨਾਂ ਲੱਗਿਆ ਹੁੰਦਾ ਹੈ। ਪਰਮ ਸ਼ਕਤੀ ਥੋੜੀ ਹੈ। ਸਾਰਿਆਂ ਨੂੰ ਇੱਕ ਹੀ ਵਾਰ ਛੇਤੀ। ਕਿਸੇ ਨੂੰ ਨਹੀਂ ਆਈਡੀਆ ਕੁਛ? ਪਰਮ ਨਹੀਂ ਹੈ ਯਾਰ ਆਂਸਰ। ਪਰਮ ਕੀ ਹੁੰਦਾ ਯਾਰ? ਇੱਕ ਦਾ ਵੀ ਆਂਸਰ ਨਹੀਂ ਹੈ। ਬਹੁਤ ਵਧੀਆ, ਮਤਲਬ ਪਤਾ ਲੱਗਿਆ ਬੱਚੇ ਦੀ ਤਿਆਰੀ ਨਹੀਂ ਹੈ। ਹੁਣ ਤਾਂ ਤੁਹਾਨੂੰ ਪਤਾ ਲੱਗ ਜਾਊਗਾ, ਤੁਹਾਨੂੰ ਲੋੜ ਹੈ ਇਸ ਕਲਾਸ ਦੀ, ਠੀਕ ਹੈ। ਤਾਂ ਡੇਲੀ ਜੁੜਨਾ ਹੈ 10:40 ਤੇ। ਅੱਜ ਛੇਤੀ ਹੋਈ ਹੈ ਕਲਾਸ ਸ਼ੁਰੂ, ਲੇਕਿਨ ਡੇਲੀ 10:40 ਤੇ ਕਲਾਸ ਸ਼ੁਰੂ ਹੋਊਗੀ। ਇੰਡੀਆ ਦਾ ਫਾਸਟੈਸਟ ਸੁਪਰ ਕੰਪਿਊਟਰ ਹੈ, ਉਹਦਾ ਨਾਂ ਹੈ ਪਰਮ ਪ੍ਰਵੇਗਾ।
ਇਹ ਕਿੱਥੇ ਆਇਆ? ਇਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਹੈ ਜਿਹੜਾ ਬੈਂਗਲੌਰ, ਉੱਥੇ ਆਇਆ, ਬੈਂਗਲੌਰ ਉੱਥੇ ਆਇਆ ਹੈ। ਇਹਦੀ ਸਪੀਡ ਕਿੰਨੀ ਹੈ? 3.3 ਪੈਟਾਫਲॉप्स, 3.3 ਪੈਟਾਫਲॉप्स। ਤੇ ਫੁਗਾਕੂ ਸੌਰੀ ਫਰੰਟੀਅਰ ਜਿਹੜਾ ਦੁਨੀਆ ਦਾ ਸਭ ਤੋਂ ਫਾਸਟੈਸਟ ਸੁਪਰ ਕੰਪਿਊਟਰ ਹੈ, ਇਹਦੀ ਸਪੀਡ ਕਿੰਨੀ ਹੈ? 1.1 ਐਗਜ਼ਾਫਲॉप्स। ਹੁਣ ਤਾਂ ਤੁਹਾਨੂੰ ਲੱਗ ਗਿਆ ਪਤਾ ਕਿੰਨੀ ਲੋਡ ਹੈ ਇਸ ਕਲਾਸ ਦੀ। ਮਤਲਬ ਆਪਾਂ ਕਰੰਟ ਅਫੇਅਰ ਦੀ ਤਿਆਰੀ ਨਹੀਂ ਹੋ ਰਹੀ ਆਪਣੀ, ਹੈ ਨਾ? ਕੋਈ ਗੱਲ ਨਹੀਂ, ਟੈਨਸ਼ਨ ਲੈਣੀ ਮੈਂ ਹੂੰ ਨਾ, ਠੀਕ ਹੈ, ਮੈਂ ਹੂੰ। ਕਲਾਸ ਡੇਲੀ ਲਾਣੀ ਹੈ ਬਸ, 10:40 ਤੇ ਕਲਾਸ ਹੋਇਆ ਕਰੂਗੀ, ਬਹੁਤ ਜ਼ਰੂਰੀ ਹੈ। ਤੁਸੀਂ ਜੇ ਬੈਚ ਵਿੱਚ ਐਨਰੋਲ ਹੋ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਇਹ ਸਾਰੇ ਸਵਾਲ ਤੁਹਾਡੇ ਕੋਲ ਆ ਚੁੱਕੇ ਨੇ, ਆ ਜੂਗੇ ਉਹਦੇ, ਤੁਸੀਂ ਕਰਦੇ ਰਹੋਗੇ। ਬਾਕੀ ਇਹ ਵਾਲੀ ਕਲਾਸ ਜ਼ਰੂਰ ਲਾਓ, ਠੀਕ ਹੈ। ਚਲੋ ਅਗਲਾ ਸਵਾਲ। ਕੈਬਨਿਟ ਨੇ ਅਪਰੂਵ ਕਹਿੰਦੇ ਜੀ $808 ਮਿਲੀਅਨ ਦਾ ਪ੍ਰੋਗਰਾਮ ਟੂ ਇੰਪਰੂਵ ਐਂਡ ਐਕਸਲਰੇਟ ਦ ਪਰਫਾਰਮੈਂਸ ਆਫ MSME। ਕਹਿੰਦੇ MSME ਦੀ ਪਰਫਾਰਮੈਂਸ ਇੰਪਰੂਵ ਕਰਨ ਲਈ ਕੈਬਨਿਟ ਨੇ $808 ਮਿਲੀਅਨ ਦਾ ਪ੍ਰੋਗਰਾਮ ਕੀਤਾ ਅਪਰੂਵ। ਕਿਹਦੇ ਨਾਲ ਰਲ ਕੇ? ਵਰਲਡ ਬੈਂਕ, IMF, ADB ਜਾਂ ਫਿਰ NDB। ਵਰਲਡ ਬੈਂਕ, IMF, ADB ਜਾਂ ਫਿਰ NDB। ਕੀ ਹੋ ਗਿਆ ਯਾਰ, ਲਿਵਿਕਸ की गोली तो रखनी पैनी नाल। आंसर हो जाता है जी ਇਹਦਾ, ਤੁਸੀਂ IMF ਕੀਤਾ है, आंसर है जी वर्ल्ड बैंक। कोई गल नहीं, कोई बात ही नहीं है, कोई टेंशन नहीं लेनी, कोई बात। वर्ल्ड बैंक ਦੇ ਪ੍ਰਧਾਨ ਦਾ ਨਾਮ ਪਤਾ ਹੋਣਾ ਚਾਹੀਦਾ ਤੁਹਾਨੂੰ, ਡੇਵਿਡ। ਕਹਿੰਦੇ ਡੇਵਿਡ ਕਿਹੜਾ? ਡੇਵਿਡ ਕਹਿੰਦਾ ਮਾਲਪਾਸ। ਵਰਲਡ ਬੈਂਕ ਦੇ ਚੀਫ ਇਕਨੋਮਿਸਟ ਬਣੇ ਰੀਸੈਂਟਲੀ ਕੌਣ? ਕਰੰਟ ਅਫੇਅਰ ਇੰਦਰਮੀਤ ਗਿੱਲ, ਇੰਦਰਮੀਤ ਗਿੱਲ। ਵਰਲਡ ਬੈਂਕ ਦੇ ਇੱਕ ਇੰਡੀਆ ਡਾਇਰੈਕਟਰ ਬਣੇ ਨੇ, ਵਰਲਡ ਬੈਂਕ ਦੇ ਇੰਡੀਆ ਦੇ ਡਾਇਰੈਕਟਰ ਬਣੇ ਨੇ। ਭਾਜੀ ਦਾ ਨਾਂ ਕੀ ਹੈ? ਬੜਾ ਕੱਬਾ ਜਿਹਾ ਨਾਂ ਹੈ, ਅਗਸਟੋ ਯਾਦ ਹੈ, ਬਸ ਅਗਸਤ ਯਾਦ ਰੱਖ ਲਿਓ। ਇਹ ਦੋ ਤਿੰਨ ਗੱਲਾਂ ਯਾਦ ਰੱਖ ਸਕਦੇ ਆ ਤਾਂ ਬਹੁਤ ਹੀ ਵਧੀਆ ਗੱਲ ਹੈ, ਸਿਰਾ ਹੋ ਜਾਊਗਾ, ਬਹੁਤ ਵਧੀਆ, ਠੀਕ ਹੈ। ਉੱਦਾਂ ਹੀ ਹੁਣ IMF ਬਾਰੇ ਗੱਲ ਕਰ ਲੈਂਦੇ ਹਾਂ। IMF ਦੀ ਪ੍ਰਧਾਨ ਦਾ ਨਾਂ ਕੀ ਹੈ? ਕ੍ਰਿਸਟਲੀਨਾ ਜਾਰਜੀਵਾ, ਇਹਦੀ MD ਹੈ ਇਹ, ਠੀਕ ਹੈ, MD। ਇਹਨਾਂ ਦੀ ਪਹਿਲੀ ਡਿਪਟੀ MD ਕੌਣ ਹੈ? ਕੀ ਨਾਂ ਉਹਨਾਂ ਦਾ? ਗੀਤਾ ਗੋਪੀਨਾਥ। ਕਰੰਟ ਅਫੇਅਰ ਧਿਆਨ ਰੱਖੋ, ਜਿਹੜੇ ਨਾਂ ਲਿਖ ਰਿਹਾ ਮੈਂ, ਕਰੰਟ ਅਫੇਅਰ ਪਲੱਸ ਸਟੈਟਿਕ GK। ਇਹ ਪਹਿਲਾਂ ਇੱਥੇ ਕੀ ਹੁੰਦੀ ਸੀ? ਪਹਿਲਾਂ ਚੀਫ ਇਕਨੋਮਿਸਟ ਹੁੰਦੀ ਸੀ। ਹੁਣ ਚੀਫ ਇਕਨੋਮਿਸਟ ਕੌਣ ਹੈ? ਪਿਅਰੀ ਓਲੀਵਰ ਗੋਰਿੰਚਾਸ, ਪਿਅਰੀ ਓਲੀਵਰ ਗੁਰਿਨਚਾਸ। ਗੱਲਾਂ ਧਿਆਨ ਰੱखेंगे, बहुत ही जरूरी, बहुत ही इंपॉर्टेंट, बहुत ही सिरा जरूरी गल्लां ने, ठीक है। करंट अफेयर च बड़ी प्रॉब्लम है, क्लास लाओ यार डेली, टेंशन तुहानूं पैनी नहीं, टेंशन ना लो। मैनू सुपर कंप्यूटर बारे सारा कुछ पता सी, PPSC च क्वेश्चन है तो मैं ऑप्शन च कन्फ्यूज हो गया। ओहो, आपां तां बहुत वधिया तरीके नाल कीते होए सी यार, प्रियंका पीहू सुपर कंप्यूटर वाले सवाल वैसे यार। चलो कोई गल नहीं यार, देखो अज मेहनत की है ना, कल काम आऊगी। अज मेहनत की है, कल काम आऊगी ही आऊगी, इन्नी मेरी गल ते ध्यान रखियो बस। जे तुसीं सिंसीयरली की है, अपने दिल नाल की, अपने नाल ना इंसाफी नहीं की, अपने नाल धक्का नहीं किया होया, तो अज मेहनत की हुई कल काम जरूर आऊगी तुहानूं, ठीक है, टेंशन ना लो। चलो अगला सवाल। विराट कोहली ने टॉप किया जी डफ एंड फेल्प की सैलीब्रिटी ब्रांड वैल्यूएशन रिपोर्ट में। होंदा ना भी एक सैलीब्रिटी की कितनी ब्रांड वैल्यू है, जो कहते ये तो ऐड कराओगे आप कोलगेट की ₹1 लाख लऊगा, वो तो लओगे 2 लाख रुपए लऊगा, तो कहते सब तो ज़्यादा ब्रांड वैल्यू है विराट कोहली की। ये यंगेस्ट सैलीब्रिटी कौन है? सब तो यंगेस्ट कौन सी? ये भुवन बाम, आशीष चंचलानी, आलिया भट्ट, प्राजक्ता कोहली। करंट अफेयर सितंबर तक सफिशिएंट है, बिल्कुल 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 सितंबर तक सफिशिएंट है, बिल्कुल बिल्कुल। आंसर की हो चुका है, बहुत बढ़िया आंसर आने शुरू हो चुके हैं। आलिया भट्ट इज द करेक्ट आंसर, बहुत ही सुंदर सुशील सा, आलिया भट्ट करेक्ट। अगला लिविंग रूट ब्रिज है या फिर जिंकिंग जरी कहते हैं, उन्होंने इंक्लूड किया गया टेंटेटिव लिस्ट ऑफ वर्ल्ड हैरीटेज साइट्स। टेंटेटिव मतलब कि हाँ चलो ठीक है, इनू आप लै सकते हैं अंदर, तो दसो ये किधर दे ने भला? मिजोरम दे, मेघालय दे, मणिपुर दे या फिर नागा दे लैंड दे, किधर देने? दो ऑप्शन कट देने, दो च कन्फ्यूज, कोई चक्कर नहीं यार, दिक्कत कहाँ आ रही है? हजे पेपर नहीं आया ना, तुसी कई बच्चे होने, तुसी पहली बार मैनू मिल रहे होने, कोई टेंशन लेनी। ए टाइम करंट अफेयर लानी है, 1040 ए लानी है, डन डील है। एक होर चीज़ दसूंगा बाद थोड़ी देर च। आंसर इहदा हो जाता बिल्कुल ठीक है जी, मेघालय इज द करेक्ट आंसर। चलो अगला। इंडियन एयरफोर्स ने उद्घाटन किया जी फ्लीट कार्ड फ्यूल ऑन मूव। मतलब हुण देखो जिहड़े काफिले चलते हैं आर्मी दे, एयरफोर्स दे, नेवी दे, सरकारी है वो, उन्होंने तेल मुफ्त होंदा है, तो उन्होंने
ਕਿਸੇ ਨਾ ਕਿਸੇ ਕੰਪਨੀ ਨਾਲ ਟਾਈ ਅਪ ਹੁੰਦਾ ਹੈ ਤਾਂ ਹੁਣ ਇੰਡੀਅਨ 에ਅਰ ਫੋਰਸ ਨੇ ਜਿਹੜਾ ਫਲੀਟ ਕਾਰਡ ਫਿਊਲ ਔਨ ਮੂਵ ਹੈ ਇਹਦੇ ਲਈ ਕਿਹਦੇ ਨਾਲ ਟਾਈ ਅਪ ਕੀਤਾ ਹੈ, ਕੌਣ ਇਹਨਾਂ ਨੂੰ 에ਅਰ ਫੋਰਸ ਜਿਹੜੇ ਕਾਫਿਲੇ ਨੇ ਉਹਨਾਂ ਨੂੰ ਤੇਲ ਦਊਗਾ? ਹਿੰਦੁਸਤਾਨ ਪੈਟਰੋਲੀਅਮ, ਇੰਡੀਅਨ ਆਇਲ, ONGC ਜਾਂ ਫਿਰ ਭਾਰਤ ਪੈਟਰੋਲੀਅਮ? ਛੇਤੀ 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 ਦੱਸੋ। आई एम न्यू ऑन लेयर चैनल सर, कोई गल नहीं, देखो रोज आना है। देखो ना मैं तां ही रखे पटाकेदार रिवीजन, सारा रिवाइज करवा देना, टेंशन लैण की लोड़ ही नहीं पैनी। आंसर की हो जाऊगा ਇਹਦਾ आंसर हो जाता है जी इंडियन ऑयल। बस इन्ना यार, इत्थे आपां डिटेल विच नहीं जा सकते ज़्यादा क्योंकि टाइम की घाट रहिंदी है, ठीक है जी, टाइम की घाट करके। एक चीज़ तुहानूं सारिਆਂ ਨੂੰ पता ही है भी जिद्दां कि एग्जाम डेट आउट हो चुकी है, सब नूं पता है, सब नूं पता है ना, जिहड़ा आया होया सब नूं पता है कि जिहड़ा तुहाडा पेपर हो रहा है ਉਹਦੀ एग्जाम डेटा आउट हो चुके हैं। OMR बेस्ड एग्जाम हो रहा, ਤੁਹਾਨੂੰ पता है ਪੈਨ पेपर ਤੇ एग्जाम होगा। सब इंस्पैक्टर, हैड कॉन्स्टेबल ਤੇ इंटैलीजेंस असिस्टेंट ਦੀ ਜਿਹੜੀ ਤਰੀਕਾ ਨੇ एग्जाम डेट ਸਾਰੀਆਂ ਆਊਟ ਹੋ ਚੁੱਕੀਆਂ ਨੇ ਤੇ ਮਿਡ ਅਕਤੂਬਰ ਕਿਹਾ ਗਿਆ ਹੈ ਤੇ ਆਪਾਂ ਮਿਡ ਅਕਤੂਬਰ ਆਪਾਂ ਚੈੱਕ ਕੀਤਾ ਸੀ, 16 ਅਕਤੂਬਰ ਡੇਟ ਆਈ ਹੈ, 23 ਅਕਤੂਬਰ ਡੇਟ ਆਈ ਹੈ, 30 ਅਕਤੂਬਰ ਡੇਟ ਆਈ ਹੈ। ਚਲੋ 16 ਦਾ ਨਾ ਹੋਇਆ, 23 ਦਾ ਨਾ ਹੋਇਆ, ਘੱਟੋ ਘੱਟ 30 ਦਾ ਹੋ ਜਾਊਗਾ ਪੇਪਰ, ਨਹੀਂ ਸਾਡਾ 1 ਨਵੰਬਰ ਦਾ ਤਾਂ ਪੇਪਰ ਹੈ ਹੀ ਹੈ। 3 ਪੇਪਰ ਨੇ ਸਾਡੇ ਕੋਲ, 1 ਮਹੀਨਾ ਮਿਨੀਮਮ ਟੂ ਮਿਨੀਮਮ ਤੇ ਮੈਕਸੀਮਮ ਟੂ ਮੈਕਸੀਮਮ ਸਾਡੇ ਕੋਲ 1.5 ਮਹੀਨਾ ਹੈ ਪੇਪਰਾਂ ਲਈ। ਤਾਂ ਜੀ ਹੁਣ ਤੋਂ ਡਟ ਜਾਓ, ਠੀਕ ਹੈ ਜੀ, ਹੁਣ ਡਟ ਜਾਓ ਸਾਰੇ। ਜਿਹਨੂੰ ਨਹੀਂ ਪਤਾ, ਜਿਹੜੇ ਸਵੇਰੇ ਆਏ ਸੀ ਕਲਾਸ 'ਚ, ਉਹਨੂੰ ਬਿਲਕੁਲ ਉਹਨਾਂ ਨੂੰ ਪਤਾ ਹੋਊਗਾ। ਹੁਣ ਇਹ ਟੈਨਸ਼ਨ ਨਾ ਲਓ, ਹੁਣ ਬਸ ਪੇਪਰ 'ਤੇ ਧਿਆਨ ਦਿਓ, ਇਹ ਤਰੀਕ ਵਾਲੀ ਟੈਨਸ਼ਨ ਕੱਢ ਦਿਓ, ਹੁਣ ਬਸ ਤਿਆਰੀ ਉੱਤੇ ਧਿਆਨ ਦਿਓ। ਜਿਹੜੇ ਸਬ ਇੰਸਪੈਕਟਰ, ਹੈਡ ਕਾਂਸਟੇਬਲ, ਇੰਟੈਲੀਜੈਂਸ ਅਸਿਸਟੈਂਟ ਦੇ ਬੈਚ ਨੇ ਉਹ ਆਲਰੇਡੀ 4-5 ਦਿਨ ਹੋਏ ਸ਼ੁਰੂ ਹੋ ਚੁੱਕੇ ਨੇ। ਉਹਨਾਂ ਉੱਤੇ ਅੱਜ ਪ੍ਰਾਈਸ ਡ੍ਰੌਪ ਵੀ ਕਰਤਾ ਹੈ ਕਿਉਂਕਿ ਕੱਲ੍ਹ ਤੋਂ ਬੈਚ ਹਟ ਜਾਣੇ ਨੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਹੋਰ ਬੱਚੇ ਐਡਮਿਟ ਕਰੀਏ, ਕਿਉਂਕਿ ਕੁਝ ਹੁੰਦੇ ਨੇ ਬਿਲਕੁਲ ਨਵਾਂ ਬੱਚਾ ਆ ਜਾਊਗਾ। ਹੁਣ ਉਹ ਮੰਨ ਲਓ ਕੋਈ ਕੱਲ੍ਹ ਪਰਸੋਂ ਕੋਈ ਐਡਮਿਸ਼ਨ ਲੈ ਲੈਂਦਾ ਹੈ, ਚੌਥੇ ਕੋਈ ਐਡਮਿਸ਼ਨ ਲੈ ਲੈਂਦਾ ਹੈ, ਤਾਂ ਪੇਪਰ 'ਚ ਟਾਈਮ ਬਹੁਤ ਘੱਟ ਰਹਿ ਜਾਊਗਾ ਅਤੇ ਅਸੀਂ ਵੀ ਤਿਆਰੀ ਪੂਰੀ ਨਹੀਂ ਕਰਾ ਸਕੂਗੇ। ਕਿਉਂਕਿ ਪਿਛਲੀ ਕਲਾਸਾਂ ਨੂੰ ਜ਼ਿਆਦਾ ਰਿਕਾਰਡਡ ਦੇਖਣੀਆਂ ਪੈਣੀਆਂ। ਤਾਂ ਜਿਹਨੇ ਐਡਮਿਸ਼ਨ ਲੈਣੀ ਹੋਵੇ ਅੱਜ ਲੈ ਲਵੇ, ਕਿਉਂ? ਇਹਨਾਂ ਉੱਤੇ ਆ ਚੁੱਕਾ ਹੈ ਬਹੁਤ ਹੀ ਤਗੜਾ ਪ੍ਰਾਈਸ ਡ੍ਰੌਪ। ਪ੍ਰਾਈਸ ਡ੍ਰੌਪ ਕੀ ਹੈ ਉਹ ਤੁਹਾਨੂੰ ਐਂਡ 'ਚ ਮਿਲੂਗਾ, ਪਹਿਲਾਂ ਤੁਹਾਨੂੰ ਕਰਨੇ ਪੈਣੇ ਕੁਝ ਮੇਰੇ ਸਵਾਲਾਂ ਦੇ ਜਵਾਬ। ਅਗਲਾ ਸਵਾਲ ਦੱਸੋ ਫਿਰ। ਇੰਡੀਅਨ ਫੋਰੈਸਟ ਆਫਿਸਰ ਹੈ ਰੇਣੂ ਸਿੰਘ, ਉਹਨੂੰ ਅਪਾਇੰਟ ਕੀਤਾ ਗਿਆ ਫੋਰੈਸਟ ਰਿਸਰਚ ਇੰਸਟੀਚਿਊਟ ਦਾ ਡਾਇਰੈਕਟਰ। ਤਾਂ ਇਹ ਜਿਹੜਾ ਹੈ ਇੰਸਟੀਚਿਊਟ ਕਿੱਥੇ ਲੋਕੇਟਿਡ ਹੈ? ਨਈ ਦਿੱਲੀ, ਮੁੰਬਈ, ਦੇਹਰਾਦੂਨ, ਨੈਨੀਤਾਲ। ਸਰ ਇਹ ਕਰੰਟ ਅਫੇਅਰ ਨੇ ਜਾਂ ਰਿਵੀਜ਼ਨ? ਇਹ ਰਿਵੀਜ਼ਨ ਹੈ ਜੀ, ਰਿਵੀਜ਼ਨ ਹੈ, ਪਟਾਕੇਦਾਰ ਰਿਵੀਜ਼ਨ। ਤੁਸੀਂ ਥੰਬਨੇਲ ਨਹੀਂ ਪੜਿਆ, ਪਟਾਕੇਦਾਰ ਰਿਵੀਜ਼ਨ ਲਿਖਿਆ, ਮਤਲਬ ਬੰਬ, ਅੱਗ, ਸਿਰ ਅੱਗ ਕੋਕਾ ਕਹਿ ਰਹੇ ਨਹੀਂ, ਕੁਐਸਚਨ ਇਹ ਜ਼ਹਿਰ ਹੈ ਨਹੀਂ, ਹੈ ਨਾ? ਸੁਣਿਆ ਗਾਣਾ ਤੁਸੀਂ ਗੁਰਨਾਮ ਭੁੱਲਰ ਦਾ ਨਾ, ਅੱਗ ਅਤ ਕੋਕਾ ਜ਼ਹਿਰ, ਹਾਂ ਅਤ ਕੋਕਾ ਕਹਿ ਰਹੇ ਨਹੀਂ, ਕੁਐਸਚਨ ਇਹ ਜ਼ਹਿਰ ਹੈ। ਤਾਂ ਆਂਸਰ ਹੋ ਜਾਂਦਾ ਜੀ ਨੈਨੀਤਾਲ, ਦੇਖੋ ਸੌਰੀ ਦੇਹਰਾਦੂਨ। ਪ੍ਰੋਪਰ ਪੇਪਰ ਪੁਆਇੰਟ ਆਫ ਵਿਊ ਤੋਂ ਸਵਾਲ ਪਾਏ ਹੋਏ ਨੇ ਮੈਂ, ਟਾਈਮ ਪਾਸ ਸਵਾਲ ਨਹੀਂ ਹੈ। ਜਿਹੜਾ ਜੇ ਸਾਡੇ ਕੋਲ ਸਵਾਲ ਆ ਗਿਆ ਕੋਈ PPSC ਦੇ ਲੈਵਲ ਤਾਂ ਮੈਂ ਉਹਨੂੰ ਕੱਟ ਦੂੰਗਾ, ਠੀਕ ਹੈ? ਇੱਥੇ ਕੋਈ ਰਿਪਲਾਈ ਨਹੀਂ ਦਿੰਦਾ। ਅਮਨ ਗੋਸਵਾਮੀ, ਜੇ ਤੁਸੀਂ ਕੁਐਸਚਨ ਟਾਈਪ ਕਰ ਰਹੇ ਤੁਸੀਂ ਦੇਖ ਰਹੇ ਹੋ ਨੇ ਕਿੰਨੇ ਜ਼ਿਆਦਾ ਕਮੈਂਟ ਆ ਰਹੇ ਨੇ, ਜਿਹੜਾ ਮੇਰੀ ਨਜ਼ਰ ਦੇ ਸਾਹਮਣੇ ਆ ਜਾਂਦਾ ਉਹ ਮੈਂ ਦੇਖ ਲੈਣਾ। ਜੇ ਮੈਂ ਕਮੈਂਟ ਹੀ ਪੜ੍ਹਦਾ ਰਹੇਗਾ ਫਿਰ ਪੜ੍ਹ ਤਾਂ ਲਏ ਆਪਾਂ, ਫਿਰ ਤਾਂ ਹੋਊਗੀ ਪੜ੍ਹਾਈਆਂ। ਅੱਗੇ ਨੀਤੀ ਆਯੋਗ ਤੇ ਕਿਹਨੇ ਰਲ ਕੇ ਲਾਂਚ ਕੀਤੀ ਕਿਤਾਬ ਜਿਹਦਾ ਟਾਈਟਲ ਹੈ ਇੰਡੀਅਨ ਐਗਰੀਕਲਚਰ ਟੂਵਰਡਸ 2030। ਕਹਿੰਦੇ ਜਿਹੜੀ ਖੇਤੀਬਾੜੀ ਹੈ ਭਾਰਤ ਦੀ ਉਹ 2030 ਵੱਲ ਨੂੰ ਜਾ ਰਹੀ ਹੈ, ਵੀ ਉਸ ਟਾਈਮ ਕੀ ਹੋਊਗਾ, ਸਾਡੇ ਕਿਸਾਨਾਂ ਦੀ ਕੀ ਹਾਲਤ ਹੋਊਗੀ, ਪੈਸੇ ਪੂਸੇ ਕਿੱਦਾਂ ਬਣਾ ਰਹੇ ਹੋਣਗੇ, ਉਹ ਸਭ ਇੱਥੇ ਦੱਸਿਆ ਗਿਆ ਹੈ। ਤਾਂ ਕਿਹਨੇ ਰਲ ਕੇ ਖੋਲੀ ਇਹ? ਯੂਨੀਸੈਫ, ਯੂਨੈਸਕੋ, FAO ਜਾਂ ਫਿਰ WTO? ਯੂਨੀਸੈਫ, ਯੂਨੈਸਕੋ, FAO ਜਾਂ ਫਿਰ WTO? ਹਾਂਜੀ ਤਾਂ ਆਂਸਰ ਇਹਦਾ ਕੀ ਹੋ ਜਾਂਦਾ ਹੈ? ਇਹਦਾ ਆਂਸਰ ਹੋ ਜਾਂਦਾ ਜੀ FAO ਯਾਨੀ ਕਿ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨਾਲ ਰਲ ਕੇ ਨੀਤੀ ਆਯੋਗ ਨੇ, ਠੀਕ ਹੈ? ਕਿਹਨੇ? ਨੀਤੀ ਆਯੋਗ ਨੇ। ਚਲੋ 20th ਬਾਇਲੇਟਰਲ ਨੇਵਲ ਐਕਸਰਸਾਈਜ਼ ਹੋਈ, ਤਾਂ ਇਹਦੇ ਬਾਰੇ ਦੇਖੋ 3-4 ਗੱਲਾਂ ਰੱਖਦੀਆਂ ਹੁਣ ਜਿਹੜੀ ਵੀ ਐਕਸਰਸਾਈਜ਼ ਹੁੰਦੀ ਹੈ। ਪਹਿਲਾ ਐਕਸਰਸਾਈਜ਼ ਦਾ ਨਾਂ ਕੀ ਹੈ? ਕੀ ਐਕਸਰਸਾਈਜ਼ ਦਾ ਨਾਂ ਹੈ? ਵਰੁਣ ਐਕਸਰਸਾਈਜ਼ ਦਾ ਨਾਂ। ਕਿਹਦੇ ਵਿੱਚ ਹੋ ਰਹੀ ਹੈ? ਫਿਰ ਧਿਆਨ ਰੱਖਣਾ ਹੈ ਉਹ ਇੰਡੀਆ ਤੇ ਫਰਾਂਸ ਵਿੱਚ ਹੋ ਰਹੀ ਹੈ। ਫਿਰ ਤੀਜੀ ਗੱਲ ਧਿਆਨ ਰੱਖਣੀ ਹੈ ਕਿੱਥੇ ਹੋ ਰਹੀ ਹੈ, ਉਹ ਸਵਾਲ ਪੁੱਛਿਆ। ਤੇ ਚੌਥੀ ਗੱਲ ਤੁਸੀਂ ਦੇਖੋਗੇ ਕਿਹੜਾ ਐਡੀਸ਼ਨ ਹੈ। ਤਾਂ ਜੀ ਐਕਸਰਸਾਈਜ਼ ਦਾ ਨਾਂ ਕੀ ਹੈ? ਵਰੁਣ। ਕਿਹਦੇ ਵਿੱਚ ਹੋ ਰਹੀ ਹੈ? ਇੰਡੀਆ ਤੇ ਫਰਾਂਸ ਦੇ ਵਿੱਚ ਹੋ ਰਹੀ ਹੈ। ਕਿੱਥੇ ਹੋ ਰਹੀ ਹੈ? ਇਹ ਹੋ ਰਹੀ ਹੈ ਅਰੇਬੀਅਨ ਸੀ ਵਿੱਚ। ਕਿਹੜਾ ਐਡੀਸ਼ਨ ਸੀਗਾ? 20th ਐਡੀਸ਼ਨ ਸੀਗਾ। ਕਿਹੜੇ ਮੰਥ ਦੇ ਨੇ? ਅਪ੍ਰੈਲ ਦੇ ਨੇ ਜੀ। ਮਿਨੀਮਮ 6 ਮਹੀਨੇ ਤਾਂ ਆਪਾਂ ਕਰਾਂਗੇ ਨਾ, ਮਿਨੀਮਮ 6 ਮਹੀਨੇ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ। ਤਾਂ ਮਿਨੀਮਮ 6 ਮਹੀਨੇ ਦੇ ਸਵਾਲ ਤਾਂ ਆਪਾਂ ਕਰਾਂਗੇ ਨਾ, ਜਵਾਬ ਹੈ ਨਾ? ਚਲੋ ਅਰੇਬੀਅਨ ਸੀ। ਅਗਲਾ ਇਹ ਥੋੜੀ ਜਿਹੀ ਰਿਵੀਜ਼ਨ ਹੈ, ਪਿਛਲੇ ਸਾਲ ਦੀ ਐਕਸਰਸਾਈਜ਼ਾਂ ਸੀਗੀਆਂ। ਇਹ ਇੱਕ ਸੱਲੇ ਵਾਲੀ ਯਾਦ ਰੱਖ ਲਿਓ, ਡੈਜ਼ਰਟ ਨਾਈਟ 21 ਜੋਧਪੁਰ ਵਿੱਚ ਹੋਈ ਸੀ, ਠੀਕ ਹੈ? ਇਹ ਕਰੰਟ ਅਫੇਅਰ ਹੈ, ਦਸੰਬਰ ਦਾ ਸ਼ਾਇਦ, ਕੀ ਪਤਾ ਜੇ ਪੁੱਛ ਲਓ, ਮੈਨੂੰ ਨਹੀਂ ਪਤਾ। ਡੈਜ਼ਰਟ ਨਾਈਟ 21 ਜੋਧਪੁਰ। ਅਗਲਾ ਓਡੀਸ਼ਾ ਨੇ ਸੈਲੀਬ੍ਰੇਟ ਕੀਤਾ ਆਪਣਾ ਫਾਊਂਡੇਸ਼ਨ ਡੇ, ਸਥਾਪਨਾ ਦਿਵਸ ਕੀਤਾ ਸੀ 1 ਅਪ੍ਰੈਲ ਨੂੰ। ਓਡੀਸ਼ਾ ਦਾ ਜਿਹੜਾ ਕੋਨਾਰਕ ਟੈਂਪਲ ਹੈ, ਸਨ ਟੈਂਪਲ ਹੈ, ਕੋਨਾਰਕ ਹੈ। ਸਟੈਟਿਕ ਜੀਕੇ ਤੁਹਾਡੇ ਲਈ, ਸਟੈਟਿਕ ਜੀਕੇ ਅਲਰਟ। ਦੱਸੋ ਕਿੰਨੇ ਰੁਪਏ ਦੇ ਨੋਟ ਉੱਤੇ ਹੁੰਦਾ ਹੈ?
20 ਰੁਪਏ ਦੇ, 50 ਰੁਪਏ ਦੇ, 100 ਰੁਪਏ ਦੇ ਜਾਂ ਫਿਰ 10 ਰੁਪਏ ਦੇ ਨੋਟ ਉੱਤੇ ਹੁੰਦਾ ਹੈ। ਵੀਡੀਓ ਨੂੰ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ। ਦੇਖੋ ਪੇਪਰ ਆਪਣੇ ਸਿਰ ਤੇ ਆ ਗਿਆ ਹੈ ਹੁਣ ਬਹੁਤ ਹੀ ਛੇਤੀ, ਤੁਹਾਨੂੰ ਪਤਾ ਮਹੀਨਾ ਨਹੀਂ ਤਾਂ ਡੇਢ ਤੁਹਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਰਹਿ ਗਿਆ ਹੈ ਤੇ ਰਿਵੀਜ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਵਾਰ ਲਾਈਕ ਕਰ ਦਿਓ ਯਾਰ, ਲਾਈਕ ਕਰ ਦਿਓ, ਮੈਨੂੰ ਥੋੜੀ ਜਿਹੀ ਮੋਟੀਵੇਸ਼ਨ ਮਿਲ ਜਾਂਦੀ ਯਾਰ, ਬੱਚਿਆਂ ਨੂੰ ਵਧੀਆ ਲੱਗ ਰਹੀ ਹੈ ਕਲਾਸ। ਆਨਸਰ ਹੋ ਜਾਂਦਾ ਬਿਲਕੁਲ ਠੀਕ ਹੈ ਕਿ 10 ਰੁਪਏ ਦੇ ਨੋਟ ਉੱਤੇ। ਕਿੰਨੇ? 10 ਰੁਪਏ। ਅਗਲਾ, ट्रेन सर्विस शुरू हो चुकी है बिटवीन जयानगर बिहार ते नाल कुरथा। तो जी थां है कुरथा, ये कुरथा थां कित्थे है? बांग्लादेश च है, भूटान च है, म्यांमार च है या फिर नेपाल च है? वीडियो के लिए क्लास। यार करंट अफेयर देखो सारे सेम ही होते हैं, स्पेशल फोकस मैंने वैसे सब इंस्पेक्टर पे रखा हुआ है, लेकिन जो तुम कर लो थोड़ा घाटा कुछ नहीं होगा, थोड़ा फायदा ही होगा, इन्नी मैं गारंटी दे देना। चलो आंसर हो जाता है जी बिल्कुल ठीक, नेपाल इज द करेक्ट आंसर। अगला सवाल, नेशनल सिक्योरिटी काउंसिल सैक्रेटरीएट ने ड्राफ्ट की थी कि नेशनल साइबर सिक्योरिटी स्ट्रेटेजी। साइबर सिक्योरिटी मतलब कि ऑनलाइन वाली सिक्योरिटी है ना, ऑनलाइन वाली सिक्योरिटी। तो हाउ मैनी डिप्यूटी एनएसएज आर दे? डिप्यूटी मतलब कि एक तो साडे नेशनल सिक्योरिटी एडवाइजर ने अजीत डोवाल, उन्होंने अंदर कुछ बंदे काम करते जिन्होंने आप डिप्यूटी नेशनल सिक्योरिटी एडवाइजर कहते हैं। तो जी किन्ने डिप्यूटी नेशनल सिक्योरिटी एडवाइजर ने? 3 ने, 4 ने, 5 ने या फिर 6 ने? 3 ने, 4 ने, 5 ने या फिर 6 ने? तो आंसर हो जाता है जी टोटल 4 होंगे ने। तो रीसेंट का करंट अफेयर है जो रीसेंट के नवे डिप्यूटी नेशनल सिक्योरिटी एडवाइजर बने ने, उन्होंने नाम है विक्रम मिश्री। की नाम उन्होंने? विक्रम मिश्री। ये हो गया ना इन्हों का, विक्रम मिश्री, विक्रम लिखता मैं सॉरी, विक्रम मिश्री। चलो फिर अगे कहते जी केड़ी ऑर्गेनाइजेशन ने डेवलप की नैनो टेक्नोलॉजी बेस्ड नैनो यूरिया लिक्विड फर्टिलाइजर? बहुत ही इंपॉर्टेंट है। सर किस मंथ के करवा रहे हो? मैंने बता दिया यार, अप्रैल के। बार बार एक सवाल ना पूछो, मैंने बता दिया तो फिर थोड़ा सा अटेंटिव हो जाओ यार। टाइम नहीं उड़ना अपने को, आप क्वेश्चन उत्ते ध्यान देना है। देखो पढ़ाई उत्ते ज़्यादा टाइम दो, 10% 100% विचों पढ़ाई उत्ते ज़्यादा टाइम दो, 10% रखो इन्हां सवालों लई। अपना थोड़ी अपने वो करो ना यार, क्वेश्चन आंसर करने की कोशिश करो। तो यदा आंसर हो जाता जी इफको। इफको इज द करैक्ट आंसर। नाले की फर्क पैंदा यार किहड़े महीने दे ने, मैनूं ये दसो पहला यार। पेपर थोड़े तो पुछ के आऊगा किहड़े महीने दे? आप देखो एक ट्रायल ले सकते, आप 6-7 महीने के करंट अफेयर करके जाओगे। बाकी पेपर चाले तो कुछ नहीं पता, पेपर बनाने वाले के मूड च कुछ नहीं पता, पेपर वाला की पुछ ले। एक इधर ध्यान दो, ऐ ना करो सर किहड़े महीने के हैं। इफको हुणे पढ़िया सी, बिल्कुल गोबिंद मेहरा, बिल्कुल हुणे हुणे इहदा उद्घाटन किया मोदी जी ने, कित्थे? कलोल है थां दा ना, गुजरात, उत्थे। चलो स्पोर्ट्स मिनिस्टर ने अनुराग ठाकुर ने इन्होंने पार्टिसिपेट किया, कहते खेलो इंडिया यूनिवर्सिटी गेम के लोगो ते मैस्कॉट लॉन्च विच कित्थे भला? नई दिल्ली, मुंबई, बैंगलोर या फिर कलकत्ते? नई दिल्ली, मुंबई, बैंगलोर या फिर कलकत्ते? गोबिंद मेहरा उस टाइम कहा सी जून विच आके उहदा उद्घाटन होया है फैक्ट्री का। मेथों पूछ लो, मैं दस रहा, मेथों पूछ लो, ठीक है, मेथों पूछ लो। बहुत बढ़िया जसवीर सिंह, हाँ जी, ਜਿਹੜੇ कहे सस्ते फर्टिलाइजर सबसिडी वाले फर्टिलाइजर ने, उन्हों का हुण एक ना होया करूगा, की ना होया करूगा? भारत। तो आंसर हो जाता है ਇਹਦਾ बैंगलोर विच। फस्ट रैंक की आई है ਇਹਦੇ ਵਿੱਚ जैन यूनिवर्सिटी बैंगलोर ने यह ਜਿਹੜਾ मेला है ये लिया सी लुट। चलो अगे एडिडास की गल हो रही है। एडिडास ने उद्घाटन किया अपनी ऑफिशियल फुटबॉल वर्ल्ड कप का, सॉरी वर्ल्ड कप की फुटबॉल का। वह नाम की रखा इन्होंने? अल रहला। यदा नाम अरबी भाषा में यानी कि अरेबियन लैंग्वेज यदा नाम होंदा है सफर। सफर होंदा है नाम अरबी भाषा में। तो ये जी फुटबॉल है, एडिडास की फुटबॉल है, यदा एडिशन केड़ा है? 13वां, 14वां, 15वां, 16वां? केड़े नंबर की फुटबॉल है? 13वां, 14वां, 15वां, 16वां? छेती ਕਿਹੜੇ ਨੰਬਰ ਦੀ ਫੁੱਟਬਾਲ ਹੈ ਭਲਾ ਇਹ? ਤਾਂ ਬਿਲਕੁਲ ਠੀਕ ਹੈ ਜੀ, 14th ਨੰਬਰ ਦੀ ਹੈ। ਇੱਕ ਹੋਰ ਗੱਲ ਧਿਆਨ ਰੱਖਣੀ ਹੈ, ਇਹਦਾ ਜਿਹੜਾ ਮੈਸਕਟ ਹੈ, ਇਹ ਜਿਹੜਾ ਮੈਸਕਟ ਹੈ, ਮੈਸਕਟ ਦਾ ਨਾਮ ਹੋ ਜਾਂਦਾ ਹੈ ਲਈਬ। ਲਈਬ। ਚਲੋ ਫਿਰ ਅੱਗੇ ਕਹਿੰਦੇ ਜੀ ਨੇਪਾਲ ਤੇ ਭਾਰਤ ਨੇ ਕਹਿੰਦੇ ਸਾਈਨ ਕੀਤਾ, ਕਹਿੰਦੇ ਪੈਟਰੋਲੀਅਮ ਪ੍ਰੋਡਕਟ ਆਪਾਂ ਭੇਜਿਆ ਕਰੂੰਗੇ ਇੱਧਰ ਉੱਧਰ 5 ਸਾਲਾਂ ਲਈ। 5 ਸਾਲਾਂ ਦਾ ਕਰਾਰ ਹੈ, ਕਹਿੰਦਾ ਪੈਟਰੋਲੀਅਮ ਪ੍ਰੋਡਕਟ ਭੇਜਿਆ ਕਰੂੰਗੇ। ਤਾਂ ਨੇਪਾਲ ਵੱਲੋਂ ਤਾਂ ਆਇਲ ਕਾਰਪੋਰੇਸ਼ਨ ਲਿਮਿਟਿਡ ਹੈ, ਤਾਂ ਭਾਰਤ ਵੱਲੋਂ ਕੌਣ ਸੀ? इंडियन ऑयल, हिंदुस्तान पेट्रोलियम, भारत पेट्रोलियम या फिर ONGC? हाँ जी, इंडियन ऑयल, हिंदुस्तान पेट्रोलियम, भारत पेट्रोलियम या फिर ONGC? कौन सी? ONGC। तो आंसर हो जाता है जी इंडियन ऑयल कॉर्पोरेशन। नेक्स्ट सवाल,
ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਨੇਪਾਲ ਨੇ ਲਾਂਚ ਕੀਤੇ ਨੇ ਰੁਪੇ ਕਾਰਡ। ਰੁਪੇ ਕਾਰਡ ਤੁਹਾਨੂੰ ਪਤਾ ਹੈ, ਰੁਪੇ ਕਾਰਡ ਕੌਣ ਬਣਾਉਂਦਾ ਹੈ? ਰੁਪੇ ਕਾਰਡ ਬਣਾਉਂਦਾ ਹੈ एनपीसीआई यानी कि नेशनल पेमेंट कॉर्पोरेशन ऑफ इंडिया। हेडक्वार्टर कितने है? बंबई में है इसका हेडक्वार्टर। इसके प्रधान का नाम क्या हो जाता है? दिलीप असबे। दिलीप असबे हो जाता है प्रधान का नाम। तो जो हमारा है रुपे कार्ड है ऑलरेडी भूटान में है, यूएई में है, नेपाल में उद्घाटन हो गया है, हुण किथे आ गया है? हुण ये आ गया है सिंगापुर में। नाल नाल एक कंपनी है टेरा पे करके, टेरा पे वाली कंपनी के साथ टाई अप कर लिया है एनपीसीआई ने। कहाँ पे? कौन सी कंट्री है ये? है नेदरलैंड में। ठीक है, ये गल्लां भी ध्यान रखोगे, है ना। चलो अगला सवाल, रामनाथ कोविंद जी गए किते पीपल्स मेमोरियल मोन्यूमेंट, इनू आप स्किप कर सकते हैं। अशकबाज गए सीगे गेड़ी मार्न भाजी, बहुत इंपॉर्टेंट। आर्मी चीफ सीगे जड़ो साबका, लो जी एक्स लिख देना मैं, एक्स आर्मी चीफ ने जड़े जनरल एम नरावने, मनोज मुकुंद नरावने, हुण तां मनोज पांडे जी ने, उन्होंने कहा कहते बधाइयां कहते आर्मी मैडिकल कॉप्स नूं। आर्मी की जिहड़ी मैडिकल टीम हुंदी है उन्हां दा किन्नवां रेजिंग डे सीगा, उन्हां दा किन्नवां स्थापना दिवस सीगा ये? 247, 257, 248 या फिर 258, किन्नवां सीगा स्थापना दिवस? ਤਾਂ ਜੀ ਆਨਸਰ ਮੈਨੂੰ ਵੀ ਨਹੀਂ ਪਤਾ, ਇਹਦਾ ਸੀਰੀਅਸਲੀ ਨਹੀਂ ਪਤਾ ਆਨਸਰ। ਇਹਦਾ ਆਨਸਰ ਹੋ ਜਾਂਦਾ ਜੀ 258। ਠੀਕ ਹੈ, ਵਧੀਆ ਲੈਵਲ ਦਾ ਸਵਾਲ ਹੈ। ਗੁੱਡ ਕੁਐਸਚਨ। ਅਗਲਾ ਸਵਾਲ, ਕਿਹਨੇ ਲਾਂਚ ਕੀਤਾ ਇੱਕ ਐਂਟੀ ਹਿਊਮਨ ट्रैफिकिंग सैल? बहुत इंपॉर्टेंट, एंटी ह्यूमन ट्रैफिकिंग सैल किने किता? एनसीपीसीआर नेशनल कमीशन फॉर प्रोटेक्शन ऑफ चाइल्ड राइट्स, एनसीडब्ल्यू नेशनल कमीशन फॉर वुमेन, एनसीएम नेशनल कमीशन फॉर माइनॉरिटी या फिर नीति आयोग। तो ज़्यादा टाइम ना लेंदे हुए ਇਹਦਾ ਆਨਸਰ ਹੋ ਜਾਂਦਾ ਹੈ ਕਿ एनसीडब्ल्यू। एनसीपीसीआर ਦੇ ਪ੍ਰਧਾਨ ਦਾ ਨਾਂ ਧਿਆਨ ਰੱਖੋਗੇ ਤਾਂ ਇਹਨਾਂ ਦਾ ਨਾਂ ਹੋ ਜਾਂਦਾ ਹੈ ਪ੍ਰਿಯಾಂਕ ਕਾਨੂੰਗੋ। ਭਾਜੀ ਪਹਿਲਾਂ ਪਟਵਾਰੀ ਲੱਗੇ ਸੀ, फिर प्रमोशन होगी, भाजी बन गए कि कानून को, है ना। एनसीडब्ल्यू ਇਹਦੇ ਪ੍ਰਧਾਨ ਦਾ ਨਾਂ कौन है? रेखा भैन जी ने, रेखा शर्मा। माइनॉरिटी ਦੇ ਪ੍ਰਧਾਨ ਦਾ ਨਾਂ ਕੀ ਹੈ? इकबाल सिंह लालपुरा। नीति आयोग ਦੇ सीईओ ਦਾ ਨਾਂ ਕੀ ਹੈ? परमेश्वरन अय्यर। ਇਹਨਾਂ ਦੇ ਵਾਈਸ ਚੇਅਰਮੈਨ ਦਾ ਨਾਂ ਕੀ ਹੈ? ਸੁਮਨ ਬੈਰੀ। ਪੁਰਾਣੇ ਸੀਈਓ ਕੌਣ ਸੀਗੇ? ਅਮਿਤਾਭ ਕਾਂਤ। ਇਹ ਹੁਣ ਕੌਣ ਨੇ? G20 ਦੇ ਸ਼ੇਰਪਾ। ਕਿੱਥੇ ਹੋ ਰਹੀ ਹੈ ਇਸ G20 ਦੀ ਮੀਟਿੰਗ? ਬਾਲੀ ਕਿੱਥੇ ਪੈਂਦਾ? ਇੰਡੋਨੇਸ਼ੀਆ। ਥੀਮ ਕੀ ਹੈ? रिकवर टुगेदर। स्कूल वाली फील तो नहीं आ रही? रिकवर टुगेदर ते रिकवर टुगेदर, रिकवर स्ट्रोंगर, इस बार दी थीम है। अगले साल 2023 विच कित्थे हो रही है? इंडिया विच हो रहा है। पीपीएससी का सवाल आ गया। वो तो अगले साल 24 विच कित्थे हो रही है? ब्राजील विच हो रही है। ठीक है, बहुत सारी गल्लां बता दिया मैंने, ये गल्लां आपको कोई बताएगा भी नहीं, सच्ची बता रहा हूं मैं। तो ध्यान रखनी, इन्नी गल्लां, बहुत सारिया गल्लां हो गई अपने को। G20 बारे देखो, G20 बहुत बड़ा टॉपिक है। G20 जो तुसीं करना चाहो तो डेली एक तो 8 AM वाली क्लास लाओ, तो दूजी मैं कह रहा एक क्लास डेली 10:40 ਤੇ स्टार्ट होया करूगी। सिर्फ अज स्टार्ट हुई है छेती, बाकी डेली 10:40 ਤੇ होया करूगी स्टार्ट। तो ये सब गल्लां तुहाडे ध्यान रहनियां चाहिदियां ने। इस बार G20 ਦੇ प्रेजिडेंट कौन है? ਜਿਹੜਾ इंडोनेशिया ਦਾ प्रेजिडेंट है, की नाम उन्हां दा? जोको विडोडो। जोको किहड़ा? विडोडो। ठीक है, ये नोट कर लो एक बार। हाँ, वो तो होना ही रिवाइज। ये तो देखो यार, डेली जो आ रहे हो तुम क्लास में 8 बजे, तुम 1 घंटा कढ़ रहे हो, थोड़ा फायदा ही फायदा यार। रिविजन तो हो ही जानी है किते ना किते। जी तुम 8 बजे चीज़ पढ़ी है उही घूम फिर के किते ना किते होर पढ़ोगे यार। चलो नैक्सट सवाल, डैश वुड बी होस्टिंग 83rd नैशनल टेबल टेनिस चैंपीयनशिप 2022। हाँ जी, नैशनल टेबल टेनिस चैंपीयनशिप 2022 किने कीती हो? तो ये कीती हो जी मेघालय ने। मेघालय विच इस बार की हो रहा है? 2nd नॉर्थ ईस्ट ओलंपिक्स। पहले कित्थे होए सीगे? पहले 2018 विच होए सी। कित्थे होए सीगे? मणिपुर विच होए सीगे। कौन किहड़ियां स्टेटां हुंदियां ने? इहदे अंदर 7 नॉर्थ ईस्टर्न स्टेट यानी कि 7 सिस्टर्स प्लस सिक्किम। नॉर्थ ईस्ट स्टेट किहड़ियां ने? अरुणाचल प्रदेश, असम, नागालैंड, मणिपुर, मिजोरम,
त्रिपुरा, मेघालय प्लस की किहा मैं सिक्किम। ਇਹ ਨੇ ਜੀ 8 ਸਟੇਟਾਂ 1 2 3 4 5 6 7 ਐਂਡ 8 ਇਦਾਂ ਯਾਦ ਕਰੀਦੀ ਹੈ। ਦੇਖ ਰਹੇ ਹੋ ਤੁਸੀਂ ਤੜ 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 ਹੈ ਨਾ। ਚਲੋ ਅੱਗੇ ਇੰਡੀਆ ਦੀ ਅਪਰਾਜਿਤਾ ਸ਼ਰਮਾ ਕਰਕੇ ਕੁੜੀ ਹੈ, ਇਹਨੂੰ ਇੱਕ ਵਧੀਆ ਪੋਜੀਸ਼ਨ ਦਿੱਤੀ ਹੈ ITU ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ। ਟੈਲੀਕਮਿਊਨੀਕੇਸ਼ਨ ਮਤਲਬ ਫੋਨਾਂ ਵਾਲੀ ਗੱਲਬਾਤ ਹੋ ਰਹੀ ਹੈ। ਹੈੱਡਕੁਆਟਰ ਕਿੱਥੇ ਹੈ? ਹੇਗ, ਜਨੀਵਾ, ਬੌਨ, ਨਿਊ ਦਿੱਲੀ। ਹੇਗ, ਜਨੀਵਾ, ਬੌਨ ਜਾਂ ਫਿਰ ਨਿਊ ਦਿੱਲੀ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਡਾ ਆਨਸਰ ਹੋ ਜਾਂਦਾ ਇਹਦਾ ਕੀ ਜਨੀਵਾ। ਪੰਜਾਬ ਦਾ ਮਹਾਪੈਕ, ਪੰਜਾਬ ਦਾ ਮਹਾਪੈਕ ਜਿਹੜਾ ਵੈਸੇ ਰੈਗੂਲਰ ਡੇਜ਼ ਤੇ ਜਿਹੜੇ ਬੱਚਿਆਂ ਨੇ ਲਿਆ ਹੋਊਗਾ ਉਹਨਾਂ ਨੂੰ ਪਤਾ ਹੋਊਗਾ 13,999 ਦਾ ਮਿਲਦਾ ਹੈ, ਉਹ 13,999 ਦਾ ਮਿਲਦਾ ਸੀ। ਤੇ ਜਦੋਂ ਆਫਟਰ ਡਿਸਕਾਊਂਟ ਅਸੀਂ ਲਾਉਂਦੇ ਸੀਗੇ Y383 ਇਹ ਪੈ ਜਾਂਦਾ ਸੀ ਸਾਨੂੰ 3219 ਦਾ। ਅੱਜ ਇਹਨਾਂ ਨੇ ਵੈਸੇ ਹੀ ਇਹਦਾ ਰੇਟ ਘਟਾ ਕੇ ਕਿੰਨਾ ਕਰਤਾ, ਇਹਦਾ ਮਹਾਪੈਕ ਦਾ ਰੇਟ ਵੈਸੇ ਹੀ ਘਟਾ ਕੇ ਇਹਨਾਂ ਨੇ ਕਰਤਾ 8,999 ਕਰਤਾ। ਤੇ ਜਦੋਂ ਅੱਜ ਤੁਸੀਂ Y383 Y383 ਲਾਓਗੇ ਇਹ ਘਟ ਕੇ ਕਿੰਨੇ ਦਾ ਪੈ ਰਿਹਾ? ਸਿਰਫ ਔਰ ਸਿਰਫ 2,069 ਦਾ ਪੈ ਰਿਹਾ। ਲੇਕਿਨ ਹਜੇ ਖਤਮ ਨਹੀਂ ਹੋਇਆ, ਹਜੇ ਮੁੱਕਿਆ ਨਹੀਂ। ਸੁਣ ਕੇ ਜਾਓ, ਸੁਣ ਕੇ ਕਹੋਗੇ ਸਰ ਇਹ ਤੇ ਕਿੱਡੀ ਗੱਲ ਹੋ ਗਈ, ਪਰਸੋਂ ਤਾਂ ਕਹਿੰਦੇ ਸਰ ਪ੍ਰਾਈਸ ਇਹਦਾ ਤੁਸੀਂ ਤੋੜ ਕੇ 2300 ਰੁਪਏ ਕੀਤਾ ਹੋਇਆ ਸੀਗਾ ਸਰ 1 ਸਾਲ ਲਈ। ਅੱਜ ਜਿਹੜਾ ਮਿਲ ਰਿਹਾ ਹੈ ਇਹ ਮਿਲ ਰਿਹਾ 2,069 ਰੁਪਏ ਦਾ, ਇੱਕ ਨਹੀਂ ਪੂਰੇ 2 ਸਾਲਾਂ ਲਈ। ਤੇ 2,069 ਹੀ ਨਹੀਂ, ਅੱਡਾ 24/7 ਦੀ ਐਪ ਤੋਂ ਐਨਰੋਲ ਕਰੋਗੇ 1,990 ਰੁਪਏ ਦਾ ਪੂਰੇ 2 ਸਾਲਾਂ ਲਈ। ਮਤਲਬ ਕਿੰਨਾ ਪੈ ਗਿਆ ਇਹ? 995 ਰੁਪਏ ਪਰ ਈਅਰ ਪੈ ਗਿਆ ਇਹ 83 ਰੁਪਇਆ ਮਹੀਨਾ ਪੈ ਗਿਆ ਤੇ 2.72 ਰੁਪਇਆ ਪਰ ਡੇ ਰਹਿ ਗਿਆ। ਇਹ ਤੋਂ ਵੱਡਾ ਆਫਰ ਨਾ ਕभी ਆਇਆ था, ना है कभी, ना कभी आएगा। ਇਹ ਤੋਂ ਉੱਤੇ ਕੁਝ ਨਹੀਂ ਹੈ। ਜਿਹਨਾਂ ਨੂੰ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਸੀ ਕਿ ਸਰ ਮਨੀ ਪ੍ਰੋਬਲਮ ਹੋ ਰਹੀ ਹੈ, ਆ ਲਓ ਇਹ ਤੋਂ ਸਸਤਾ ਹੈ ਕੁਝ। 2.72 ਰੁਪਏ ਪਰ ਡੇ, 83 ਰੁਪਇਆ ਮਹੀਨਾ, 995 ਰੁਪਏ ਪਰ ਸਾਲ ਤੇ ਪੂਰੇ 2 ਸਾਲ ਤੱਕ ਜਿੰਨੇ ਵੀ ਪੇਪਰ, ਕਲਾਸਾਂ, ਟੈਸਟ ਸੀਰੀਜ਼, ਈ-ਬੁੱਕ, PDF, ਮੌਕ ਟੈਸਟ ਸਭ ਡਨ। ਪੇਪਰ ਹੋ ਚੁੱਕੇ ਨੇ ਹੁਣ ਪੰਜਾਬ ਪੁਲਿਸ ਦੇ, ਹੁਣ ਉਹ ਤੋਂ ਬਾਹਰ ਨਿਕਲੋ। ਵਧੀਆ ਹੋਗਾ ਪੇਪਰ ਤਾਂ ਵੀ ਠੀਕ ਹੈ, ਮਾੜਾ ਹੋਇਆ ਪੇਪਰ ਤਾਂ ਵੀ ਠੀਕ ਹੈ। ਅੱਗੇ ਨੂੰ ਫੋਕਸ ਕਰੋ ਤੇ ਜਿਹੜੇ ਆਪਣੀ ਦੀਵਾਲੀ ਹੈ ਇਹਨੂੰ ਆਪਣਾ ਵਧੀਆ ਆਪਣੀ ਦੀਵਾਲੀ ਬਣਾਓ। ਹੁੰਦਾ ਨਾ ਫਲਿੱਪਕਾਰਟ, ਐਮਾਜ਼ੋਨ ਤੇ ਆਈਫੋਨ ਆਉਂਦੇ ਨੇ, ਕਹਿੰਦੇ ਸਰ 46,000 ਦਾ ਫੋਨ ਲੈ ਲਿਆ, ਕਿਸੇ ਨੇ 45,000 ਦਾ ਫੋਨ ਲੈਣਾ ਪਹਿਲੇ ਦਿਨ ਸੇਲ ਤੇ। ਉਹ ਆਪਣੇ ਯਾਰ ਦੋਸਤ ਨੂੰ ਦੱਸਦਾ ਕਿ ਹਾਂ ਯਾਰ 40,000 ਦਾ ਫੋਨ ਲੈ ਲਿਆ ਮੈਂ, ਲੇਕਿਨ ਜਦੋਂ ਉਹ 40,000 ਦਾ ਫੋਨ ਅਗਲਾ ਦਿਨ ਜਦੋਂ ਹੁੰਦਾ ਹੈ ਨਾ, ਅਗਲਾ ਦਿਨ ਜਦੋਂ ਹੁੰਦਾ ਹੈ ਉਹਦਾ ਯਾਰ ਦੋਸਤ ਲੈਣ ਜਾਂਦਾ ਤਾਂ ਉਹ 40,000 ਦਾ ਫੋਨ ਉਹਨੂੰ ਪੈ ਜਾਂਦਾ ਕਿ ਇਹਨਾਂ ਦਾ 50 ਦਾ। ਕਿਉਂ? ਕਿਉਂਕਿ ਕੁਝ ਸਟਾਕ ਹੁੰਦਾ ਹੈ। ਤਾਂ ਜਿੱਦਾਂ 46,000 ਦਾ ਫੋਨ ਨਿਕਲ ਗਿਆ, ਫਿਰ 50 ਵਾਲੇ ਆ ਗਏ, ਫਿਰ 50 ਵਾਲਾ ਸਟਾਕ ਨਿਕਲ ਗਿਆ, ਫਿਰ 60 ਵਾਲਾ ਆ ਗਿਆ। ਉੱਦਾਂ ਹੀ ਇਹ ਮੈਨੂੰ ਨਹੀਂ ਪਤਾ ਕਦੋਂ ਤੱਕ ਚੱਲੂਗੀ। ਤਾਂ 1,990 ਰੁਪਏ ਵਿੱਚ 2 ਸਾਲ, ਹੁਣੇ ਹਜੇ ਹੀ 10 ਮਿੰਟ ਪਹਿਲਾਂ ਹੀ ਇਹ ਸੇਲ ਸਟਾਰਟ ਹੋਈ ਹੈ। ਤਾਂ ਮੈਂ ਸਭ ਤੋਂ ਅੱਗੇ ਆ ਕੇ, ਸਭ ਤੋਂ ਪਹਿਲਾਂ ਆ ਕੇ ਤੁਹਾਨੂੰ ਦੱਸ ਰਿਹਾ, ਕਿਉਂਕਿ ਮੇਰਾ ਫਰਜ਼ ਬਣਦਾ, ਕਿਉਂਕਿ ਮੇਰੇ ਨਾਲ ਜਿਹੜੇ ਬੱਚੇ ਜੁੜੇ ਨੇ ਉਹ ਯਾਰ ਇਹ ਜਿਹੜੇ ਮੌਕੇ ਨੇ ਇਹਨਾਂ ਦਾ ਫਾਇਦਾ ਚੱਕੋ। adda247.com ਤੇ ਜਾਣਾ ਹੈ, adda247 ਦੀ ਐਪ ਤੇ ਹੋਰ ਸਸਤਾ ਪੈ ਜਾਊਗਾ ਤੁਹਾਨੂੰ 100 ਰੁਪਇਆ। ਇੱਧਰ ਜਾਣਾ ਹੈ, ਤੁਸੀਂ ਸਰਚ ਕਰਨਾ ਹੈ ਤੇ ਸਿੱਧਾ ਹੀ, ਕੁਝ ਨਹੀਂ ਹੋਰ ਕੋਈ ਬੈਚ ਵਿੱਚ ਐਨਰੋਲ ਨਹੀਂ ਕਰਨਾ। ਬੱਚਿਆਂ ਨੇ 1840 ਦਾ ਇੱਕ ਬੈਚ ਵਿੱਚ ਐਨਰੋਲ ਕੀਤਾ ਪਹਿਲਾਂ, 1840 ਦਾ ਇੱਕ ਬੈਚ, 1600 ਦਾ ਇੱਕ ਬੈਚ, 3200 ਦਾ 1 ਸਾਲ ਦਾ। ਹੁਣ ਕਿੰਨੇ ਦਾ ਮਿਲ ਰਿਹਾ? ਇਹ ਰਿਹਾ ਜੀ ਪੰਜਾਬ ਦਾ ਮਹਾਪੈਕ। ਕਿੰਨਾ? ਪੰਜਾਬ ਦਾ ਮਹਾਪੈਕ। ਇਹ ਤੁਹਾਨੂੰ ਕਿੰਨੇ ਦਾ ਮਿਲ ਰਿਹਾ? ਆਹ ਵੇਖੋ ਜੀ 8,999 ਲਿਖਿਆ ਹੋਇਆ। ਬਾਏ ਨਾਓ ਤੇ ਗਏ ਤੇ ਇੱਥੇ ਆ ਕੇ ਐਂਟਰ ਕੂਪਨ ਕੋਡ ਕੀਤਾ Y383 Y383 ਤੇ ਇਹ ਦੇਖੋ ਇਹ ਸਾਨੂੰ ਪੈ ਗਿਆ ਕਿੰਨੇ ਦਾ? 2,069 ਦਾ। ਹਜੇ 12 ਮਹੀਨੇ ਸ਼ੋ ਕਰ ਰਿਹਾ ਹੈ, ਥੋੜਾ ਟਾਈਮ ਰੁਕ ਜਾਓ, 12+12 ਹੋ ਜਾਊਗਾ, 12+12 ਹੋ ਜਾਊਗਾ। ਇਹ ਧਿਆਨ ਰੱਖਣੀ ਹੈ, ਇਹ ਤੋਂ ਵੱਡਾ ਕਦੇ ਨਾ ਆਇਆ ਸੀ ਨਾ ਆਏਗਾ। ਡਨ ਡੀਲ ਹੈ, ਇਹ ਤੋਂ ਉੱਤੇ ਕੁਝ ਨਹੀਂ ਹੈ। ਤਾਂ ਮੌਕਾ ਹੈ, ਦਸਤੂਰ ਹੈ, ਟਾਈਮ ਹੈ।